ਤੁਸੀਂ ਸੁਣ ਰਹੇ ਹੋ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਭਾਗ ਪਹਿਲਾ ਮੁੱਢਲੀ ਅਵਸਥਾ। ਸਾਡਾ ਪਿੰਡ ਅਡਿਆਲਾ ਰਾਵਲਪਿੰਡੀ ਤੋਂ 8 ਕੋ ਦੱਖਣ ਨੂੰ ਦਰਿਆ ਸੂਹਾਂ ਦੇ ਕੰਢੇ ਸੀ। ਮੇਰੇ ਦਾਦੇ ਦਾ ਨਾਂ ਨਾਰਾਇਣ ਸਿੰਘ ਸੀ। ਉਸ ਦੇ 2 ਭਰਾ ਸਨ। ਇਹ ਉਹਨਾਂ ਤੋਂ ਛੋਟਾ ਸੀ। ਉਹਨਾਂ ਨੇ ਚੰਗੇ ਪੱਕੇ ਮਕਾਨ ਤੇ ਖੂਹ ਵਾਲੀ ਜ਼ਮੀਨ ਆਪ ਰੱਖ ਲਈ ਅਤੇ ਇੱਕ ਕੱਚੀ ਹਨੇਰੀ ਕੋਠੜੀ ਅਤੇ ਸੂਹਾਂ ਦੇ ਕੰਢੇ ਥੋੜ੍ਹਾ ਜਿਹਾ ਖਰਾਬਾ ਇਸ ਦੇ ਪੱਲੇ ਪਾਇਆ, ਜੋ ਛੇਤੀ ਹੀ ਹੜ੍ਹ ਦਾ ਪਾਣੀ ਰੋੜ ਕੇ ਲੈ ਗਿਆ। ਮੇਰਾ ਦਾਦਾ ਪਿੰਡ ਤੋਂ ਅੱਧ ਮੀਲ ਬਾਹਰ ਜਿੱਥੇ ਕਬਰਾਂ ਸਨ ਆ ਵਸਿਆ। ਪਿੰਡ ਦੇ ਕੋਲ ਸੂਹਾਂ, ਜਰਾਹੀ ਤੇ ਸਪਿਆਲਾ 3 ਦਰਿਆ ਆ ਕੇ ਮਿਲਦੇ ਸਨ। ਆਸ-ਪਾਸ ਹਰੀਆਂ ਹਰੀਆਂ ਢੱਕੀਆਂ, ਜੂਹਾਂ, ਰੁੱਖਾਂ ਤੇ ਬੇਲੇ ਸਨ। ਉਹਨਾਂ ਦੇ ਵਿਚਕਾਰ ਇੱਕ ਖੁੱਲ੍ਹਾ ਜਿਹਾ ਮਕਾਨ ਕੰਜੂਰ ਦੇ ਪੱਥਰਾਂ ਦਾ ਆਪਣੇ ਹੱਥੀਂ ਬਣਾ ਸਵਾਰ ਕੇ ਖੜਾ ਕਰ ਲਿਆ। ਪੱਥਰ ਨਾਲ ਦੀਆਂ ਪਹਾੜੀਆਂ ਵਿੱਚੋਂ ਕੱਢ ਕੇ ਆਪਣੇ ਸਿਰ ਤੇ ਢੋ ਲਿਆਂਦੇ ਅਤੇ ਲੱਕੜੀ ਕਾਲੇ ਸ਼ਾਹ ਖੈਰ ਦੀ ਆਪਣੀ ਘੋੜੀ ਉੱਤੇ ਲੱਦ ਕੇ ਸਿਆਲਕੋਟੋਂ ਲਿਆਂਦੀ। ਮੇਰਾ ਦਾਦਾ ਮੈਨੂੰ ਦੱਸਦਾ ਹੁੰਦਾ ਸੀ ਕਿ ਜਦ ਮੈਂ ਤੇ ਤੇਰੀ ਦਾਦੀ ਰਲ ਕੇ ਆਪਣੇ ਕੋਠੇ ਦੀ ਉਸਾਰੀ ਕਰਦੇ ਸਾਂ ਤਾਂ ਨਾਲ-ਨਾਲ ਇਉਂ ਗਾਉਂਦੇ ਸਾਂ, ਚਲੋ ਸਈਓ ਚੱਲ ਵੇਖਣ ਚੱਲੀਏ, ਰਾਂਝੇ ਦਾ ਚੁਬਾਰਾ ਏ, ਹੀਰ ਨਿਮਾਣੀ ਵੱਟੇ ਢੋਂਦੀ, ਰਾਂਝਾ ਢੋਂਦਾ ਗਾਰਾ ਏ। ਦਾਦੀ ਕਹਿੰਦੀ ਹੁੰਦੀ ਹੈ ਕਿ ਤੇਰਾ ਦਾਦਾ ਥੋਰ ਕਰਦਾ ਕਰਦਾ ਦੂਰ ਨਿਕਲ ਜਾਂਦਾ ਸੀ, ਕਦੀ ਪਿਸ਼ੋਰ, ਕਦੀ ਲਾਹੌਰ, ਕਦੀ ਸਿਆਲਕੋਟ। ਮੈਂ ਕਦੀ ਰੋਟੀ ਪਕਾ ਲੈਂਦੀ ਸਾਂ, ਕਦੀ ਐਵੇਂ ਹੀ ਮੂੰਹ ਜ਼ਬਾਨੀ ਸੌਂ ਰਹਿੰਦੀ ਸਾਂ। ਜਦ ਕਦੇ ਤੇਰੇ ਦਾਦੇ ਦੀ ਘੋੜੀ ਸੂਹਾਂ ਦੇ ਪਰਲੇ ਪਾਸਿਓਂ ਹਿੰਕਦੀ ਸੁਣਾਈ ਦਿੰਦੀ ਤਾਂ ਮੈਂ ਉੱਠ ਕੇ ਚੁੱਲ੍ਹੇ 'ਤੇ ਤੌੜੀ ਧਰ ਦਿੰਦੀ। ਉਹ ਆਪਣੇ ਵੱਛੇ ਵਛੇਰਿਆਂ ਨੂੰ ਬਹੁਤ ਪਿਆਰ ਕਰਦਾ ਸੀ। ਉਹਨਾਂ ਦੇ ਗਲੇ ਵਿੱਚ ਬਾਂਹ ਪਾ ਕੇ ਲਾਡ ਨਾਲ ਇਉਂ ਪੁਚਕਾਰਦਾ, ਬਾਪੂ ਦੇ ਗਗੜੇ ਬਗੜੇ, ਬਾਪੂ ਦੇ ਰਾੜੇ ਬਾੜੇ। ਪਿੱਛੋਂ ਜਾ ਕੇ ਮੇਰੇ ਪਿਤਾ ਭਾਈ ਭਲਾਕਰ ਸਿੰਘ ਨੇ, ਜੋ ਰਾਵਲਪਿੰਡੀ ਦੇ ਉੱਘੇ ਰਈਸ ਸਰਦਾਰ ਸੁਜਾਨ ਸਿੰਘ ਦਾ ਕੰਮਕਾਜ ਕਰਦਾ ਸੀ, ਮੇਰੇ ਦਾਦੇ ਪਾਸੋਂ ਕੰਮ ਛੁਡਾ ਦਿੱਤਾ। ਪਰ ਫਿਰ ਵੀ ਉਹ ਅੱਗ ਨਰੋਏ ਹੋਣ ਕਰਕੇ ਕਿਸੇ ਨਾ ਕਿਸੇ ਆਹਰ ਲੱਗਾ ਰਹਿੰਦਾ। ਖਾਸ ਕਰਕੇ ਉਸਨੂੰ ਪੱਥਰ ਢੋਣ ਦਾ ਬਹੁਤ ਸ਼ੌਂਕ ਸੀ। 2-2, 3-3 ਮਣ ਦਾ ਭਾਰ ਤਾਂ ਉਸ ਲਈ ਮਾਮੂਲੀ ਗੱਲ ਸੀ। ਜਦ ਮੀਂਹ ਪੈਣ ਨਾਲ ਗਲੀਆਂ ਦੀ ਮਿੱਟੀ ਖੁਰ ਕੇ ਟੋਏ ਛੱਡ ਜਾਂਦੀ ਤਾਂ ਉਹ ਉਹਨਾਂ ਖੱਪਿਆਂ ਨੂੰ ਪੂਰਨ ਲਈ ਦੂਰ-ਦੂਰ ਤੋਂ ਪੱਥਰ ਚੁੱਕ ਲਿਆਉਂਦਾ। ਉਸ ਦੀ ਇਹ ਸੇਵਾ ਵੇਖ ਕੇ ਲੋਕੀ ਬਹੁਤ ਖੁਸ਼ ਹੁੰਦੇ ਤੇ ਕਹਿੰਦੇ, ਸ਼ਾਬਾਸ਼ ਏ ਨਰੈਣ ਸਿਆਂ, ਤੂੰ ਸਾਰੀ ਉਮਰ ਟੋਏ ਟਿੱਬੇ ਸਵਾਰ ਕੇ ਲੋਕਾਂ ਦੇ ਰਸਤੇ ਸਾਫ਼ ਕਰਦਾ ਰਿਹੋਂ। ਅੰਮ੍ਰਿਤ ਵੇਲੇ ਉੱਠਣਾ ਉਸਦਾ ਮਾਮੂਲ ਸੀ। ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਗਲਤ ਮਲਤ ਹੀ ਸਹੀ ਕਰੇ, ਬਿਨਾਂ ਰੋਟੀ ਨਹੀਂ ਸੀ ਖਾਂਦਾ। ਸਰੀਰ ਤਕੜਾ ਸੀ, ਬਹੁਤ ਤਕੜਾ ਸੀ। 100 ਵਰ੍ਹਾ ਟੱਪਣ ਤੇ ਦਾੜੀ ਦੇ ਵਾਲ ਮੁੜ ਕਾਲੇ ਹੋਣ ਲੱਗੇ ਸਨ। ਗੱਲ ਘੱਟ ਵੱਧ ਹੀ ਕਰਦਾ ਸੀ, ਪਰ ਜੇ ਰੋਹ ਚੜ੍ਹ ਜਾਏ ਤਾਂ ਠੱਲਿਆ ਨਹੀਂ ਸੀ ਠਲੀਂਦਾ। ਇੱਕ ਵੇਰ ਜਦ ਕਿਸੇ ਨੇ ਉਸ ਲਈ ਨਰਾਦਰੀ ਦਾ ਲਫ਼ਜ਼ ਵਰਤਿਆ ਤਾਂ ਚੁੱਪ ਚੁਪਾਤੇ ਉਸਨੂੰ ਚੁੱਕ ਕੇ ਖੇਨੂ ਵਾਂਗ ਕੰਧ ਨਾਲ ਪਟਾਕ ਦਿੱਤਾ। ਜਦ ਉਮਰ ਬਹੁਤ ਲੰਮੀ ਹੋ ਗਈ ਅਤੇ ਆਪਣੇ ਜੁੱਸੇ ਵਿੱਚ ਕੋਈ ਖੀਨਤਾ ਦੇ ਨਿਸ਼ਾਨ ਨਾ ਦਿਸੇ ਤਾਂ ਆਪਣੇ ਆਪ ਹੀ ਮੌਤ ਦੀ ਤਿਆਰੀ ਕਰ ਲਈ। ਕਹਿਣ ਲੱਗਾ, ਹੁਣ ਚੋਖੀ ਉਮਰ ਭੋਗ ਲਈ ਹੈ, ਕੋਈ ਹੋਰ ਚੋਲਾ ਧਾਰਨ ਕਰੀਏ। ਬਸ ਇੱਕ ਦਿਨ ਬਾਣੀ ਪੜ੍ਹਦੇ ਪੜ੍ਹਦੇ ਚਿੱਤ ਹੋ ਗਿਆ। ਮੇਰਾ ਦਾਦਾ ਉੱਕਾ ਹੀ ਅਨਪੜ੍ਹ ਸੀ। ਉਹ ਗੁਰਮੁਖੀ ਵੀ ਨਹੀਂ ਸੀ ਜਾਣਦਾ, ਪਰ ਹੋਰਨਾਂ ਨੂੰ ਪੜ੍ਹਦਾ ਦੇਖਣ ਦਾ ਚਾਹਵਾਨ ਸੀ। ਉਸਨੇ ਮੇਰੇ ਪਿਤਾ ਜੀ ਨੂੰ ਫਾਰਸੀ, ਉਰਦੂ ਤੇ ਪੰਜਾਬੀ ਦੀ ਵਿੱਦਿਆ ਚੋਖੀ ਦਿਵਾਈ। ਮੈਨੂੰ ਵੀ ਆਪਣੇ ਮੋਢੇ 'ਤੇ ਚੁੱਕ ਕੇ ਗੁਰਦੁਆਰੇ ਲੈ ਜਾਂਦਾ ਤੇ ਮੈਥੋਂ ਪਾਠ ਸੁਣ ਕੇ ਖੁਸ਼ ਹੁੰਦਾ। ਉਹ ਸੁਭਾਵਕ ਟੱਪੇ ਜੋੜਨ ਲਈ ਮਸ਼ਹੂਰ ਸੀ। ਮੈਨੂੰ ਉਸਦੀਆਂ ਬਣਾਈਆਂ ਕਈ ਤੁਕਾਂ ਯਾਦ ਹਨ। ਮੈਂ 2 ਜੂਨ 1894 ਵਿੱਚ ਪੈਦਾ ਹੋਇਆ। ਮੈਨੂੰ ਆਪਣੇ ਬਚਪਨ ਦੀਆਂ ਮੁੱਢਲੀਆਂ ਯਾਦਾਂ ਵਿੱਚੋਂ 1-2 ਹਜੇ ਵੀ ਯਾਦ ਹਨ। 2 ਕੁ ਸਾਲ ਦੀ ਉਮਰ ਸੀ। ਅੱਖਾਂ ਦੁਖਦੀਆਂ ਸਨ। ਮੇਰੀ ਵੱਡੀ ਭੈਣ ਪਰਮੇਸ਼ਵਰੀ ਮੈਨੂੰ ਕੁੱਛੜ ਚੁੱਕੀ ਭਿੱਤ ਪਿੱਛੇ ਕੁੰਡੀ ਖੜਕਾ ਖੜਕਾ ਮੈਨੂੰ ਪਰਚਾ ਰਹੀ ਸੀ। ਇੱਕ ਵਾਰ ਆਪਣੇ ਘਰ ਦੇ ਬਾਹਰਲੇ ਬੂਹੇ ਨਾਲ ਸਿਰ ਜੋੜੀ ਖੜੋਤਾ ਰੋ ਰਿਹਾ ਸਾਂ, ਐਵੇਂ ਹੀ ਮਾਂ ਨੂੰ ਤੰਗ ਕਰਨ ਲਈ, ਜੋ ਰਸੋਈ ਵਿੱਚ ਰੋਟੀ ਪਕਾ ਰਹੀ ਸੀ। ਉੱਥੇ ਖੜੋਤਿਆਂ ਹਨੇਰੇ ਵਿੱਚ ਮੇਰੇ ਹੱਥ ਤੇ ਅਠੂਹਾਂ ਲੜ ਗਿਆ। ਮੇਰਾ ਬਨੌਟੀ ਰੋਣਾ ਸੱਚੀ ਮੁੱਚੀ ਦਾ ਚੀਕ ਚੰਗਿਆੜਾ ਬਣ ਗਿਆ। ਮੈਂ ਕੁਰਲਾ ਕੇ ਮਾਂ ਨੂੰ ਆਵਾਜ਼ ਮਾਰੀ, ਬੇ ਨੀ ਬੇ, ਮੈਨੂੰ ਹੁਣੇ ਅਠੂਹਾਂ ਲੜ ਗਿਆ ਈ, ਮੈਂ ਹੁਣ ਐਵੇਂ ਨਹੀਂ ਰੋਂਦਾ। ਮਾਂ ਮੇਰੀ ਸੁਰਸਤੀ ਬਹੁਤ ਤਕੜੀ ਸੀ।
ਪਿਤਾ ਜੀ ਤਾਂ ਰਾਵਲਪਿੰਡੀ ਰਿਹਾ ਕਰਦੇ ਸਨ। ਪਿੱਛੋਂ ਲੱਗੇ ਘਰ ਦੀ ਰਖਵਾਲੀ ਬੇਜੀ ਨੂੰ ਹੀ ਕਰਨੀ ਪੈਂਦੀ ਸੀ। ਇਹ ਰਖਵਾਲੀ ਕੋਈ ਸੌਖੀ ਗੱਲ ਨਹੀਂ ਸੀ। ਪਿੰਡ ਦਾ ਕੋਈ ਘਰ ਨੇੜੇ ਤੇੜੇ ਨਹੀਂ ਸੀ। ਔਖ ਵੇਲੇ ਕਿਸੇ ਨੂੰ ਆਵਾਜ਼ ਮਾਰਦੇ। ਔਖ ਵੇਲੇ ਕਿਸ ਨੂੰ ਆਵਾਜ਼ ਮਾਰਦੇ? ਚੋਰਾਂ ਦੀ ਆਵਾਜਾਈ ਚੋਖੀ ਰਹਿੰਦੀ ਸੀ। ਮੇਰੇ ਸਾਹਮਣੇ ਕਈ ਵੇਰ ਸੰਨ ਲੱਗੀ। ਇੱਕ ਵੇਰ ਈਦ ਤੋਂ ਪਹਿਲੀ ਰਾਤ ਨੂੰ ਮੁਸਲਮਾਨ ਆ ਪਏ ਅਤੇ ਘਰ ਦੀ ਪਿਛਾਲੀ ਭੰਨਣ ਲੱਗੇ। ਬੇਜੀ ਨੇ ਵੇਖਿਆ ਕਿ ਚੋਰਾਂ ਨੇ ਬਾਹਰੋਂ ਕੁੰਡੀ ਲਾ ਕੇ ਸਾਨੂੰ ਅੰਦਰ ਬੰਦ ਕਰ ਦਿੱਤਾ ਹੈ। ਇੱਕ ਪਾਸੇ ਹੌਲੀ ਹੌਲੀ ਆਰਾਮ ਨਾਲ ਪਿਛਲੀ ਕੰਧ ਪਿੱਛੋਂ ਪੱਥਰ ਕੱਢੀ ਜਾਂਦੇ ਹਨ ਤੇ ਦੂਜੇ ਪਾਸੇ ਕੁਝ ਕੁ ਵਕਵੇ ਪਿੱਛੋਂ ਇੱਕ ਆਦਮੀ ਗਲੀ ਵਿੱਚ ਖਲੋ ਕੇ ਖਬਰਦਾਰ ਖਬਰਦਾਰ ਦੀ ਆਵਾਜ਼ ਦੇ ਆਉਂਦਾ ਸੀ। ਮਾਲੂਮ ਹੁੰਦਾ ਸੀ ਉਹਨਾਂ ਵਿੱਚ ਪਿੰਡ ਦਾ ਚੌਕੀਦਾਰ ਵੀ ਰਲਿਆ ਹੋਇਆ ਹੈ। ਬੇਜੀ ਨੇ ਬਚਾਓ ਦਾ ਸਾਧਨ ਇਹ ਕੀਤਾ ਕਿ ਪਿਛਲੀ ਕੰਧ ਦੇ ਨਾਲ ਨਾਲ ਵੱਡੀਆਂ ਵੱਡੀਆਂ ਲੱਕੜਾਂ ਦੇ ਮੁੱਢ ਚਿਣ ਦਿੱਤੇ। ਜਦ ਚੋਰਾਂ ਨੇ ਕੰਧ ਵਿੱਚ ਚੋਖਾ ਮੋਰਾ ਕਰ ਲਿਆ ਤਾਂ ਬੇਜੀ ਨੇ ਲਲਕਾਰ ਕੇ ਕਿਹਾ, ਸੂਰੋ, ਇਹ ਤੁਸੀਂ ਈਦ ਮਨਾ ਰਹੇ ਹੋ? ਮੈਂ ਵੀ ਕੁਹਾੜਾ ਲੈ ਕੇ ਤੁਹਾਡੀ ਸੰਨ ਦੇ ਮੂਹਰੇ ਖਲੋਤੀ ਹਾਂ। ਜਿਹੜਾ ਤੁਹਾਡੇ ਵਿੱਚੋਂ ਪਹਿਲਾਂ ਅੰਦਰ ਵੜਨ ਦੀ ਕੋਸ਼ਿਸ਼ ਕਰੇਗਾ ਉਸ ਦਾ ਸਿਰ ਤਾਂ ਵੱਢ ਦਿਓਗੀ। ਚੋਰ ਮੌਜ ਨਾਲ ਹੱਸੀ ਜਾਂਦੇ ਸਨ ਅਤੇ ਹੁੱਕੇ ਦੀ ਗੁੜਗੁੜ ਕਰੀ ਜਾਂਦੇ ਸਨ। ਉੱਥੋਂ ਹਟ ਕੇ ਇੱਕ ਹੋਰ ਥਾਂ ਮੋਰੀ ਕੱਢਣ ਲੱਗ ਪਏ। ਇਸ ਤਰ੍ਹਾਂ ਕਰਦਿਆਂ ਸਾਰੀ ਰਾਤ ਲੰਘ ਗਈ ਪਰ ਉਹ ਅੰਦਰ ਨਾ ਆ ਸਕੇ। 3 ਸਾਲ ਦੀ ਉਮਰ ਵਿੱਚ ਧਰਮਸਾਲ ਪੜ੍ਹਨੇ ਪਾਇਆ ਗਿਆ। ਉੱਥੇ ਭਾਈ ਨਿਹਾਲ ਸਿੰਘ ਤੋਂ ਇਲਾਵਾ ਭਾਈ ਰਾਮਚੰਦ ਸੋਟੀਆਂ ਵਾਲੇ ਪਾਸੋਂ ਗੁਰਮੁਖੀ ਦੀ ਸੋਹਣੀ ਲਿਖਾਈ ਸਿੱਖੀ ਅਤੇ ਛੇਤੀ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਆ ਗਿਆ। ਪਿਤਾ ਜੀ ਨੂੰ ਉਰਦੂ ਤੇ ਫਾਰਸੀ ਦਾ ਬੜਾ ਸ਼ੌਂਕ ਸੀ। ਉਹਨਾਂ ਨੇ ਮੈਨੂੰ ਪਿੰਡ ਦੀ ਮਸੀਤ ਵਿੱਚ ਪੜ੍ਹਨਾ ਪਾਇਆ। ਉੱਥੇ ਮੌਲਵੀ ਕਲੀਮੁੱਲ ਨੇ ਕਰੀਮਾ, ਇਨਸ਼ਾ ਆਦਿ ਦੀ ਪੜ੍ਹਾਈ ਲਿਖਾਈ ਵਿੱਚ ਤਾਕ ਕਰ ਦਿੱਤਾ। ਅਸੀਂ ਹਿੰਦੂ ਤੇ ਮੁਸਲਮਾਨ ਵਿਦਿਆਰਥੀ ਰਲ ਕੇ ਨਮਾਜ਼ੀਆਂ ਲਈ ਸਵੇਰੇ ਸਵੇਰੇ ਪਾਣੀ ਤੱਤਾ ਕਰਦੇ ਅਤੇ ਆਏ ਗਏ ਮੁਸਾਫਰਾਂ ਲਈ ਪਿੰਡ ਦੇ ਘਰਾਂ ਚੋਂ ਵਜੀਫ ਮੰਗ ਲਿਆਉਂਦੇ। ਇੱਕ ਸ਼ਿੱਕੂ ਜਿਹਾ ਬਾਂਹ ਤੇ ਲਟਕਾ ਕੇ ਮੁਸਲਮਾਨਾਂ ਦੇ ਬੂਹੇ ਜਾ ਖਲੋਂਦੇ ਸਾਂ ਤੇ ਆਵਾਜ਼ ਮਾਰ ਕੇ ਕਹਿੰਦੇ ਸਾਂ, ਮਾਈਏ ਮਤੀਫਾ। ਉਹ ਸਾਡੇ ਸ਼ਿੱਕੂ ਵਿੱਚ ਮੱਕੀ ਜਾਂ ਬਾਜਰੇ ਦੀ ਖੰਨੀ ਆ ਸੁੱਟਦੀ। ਉਸ ਵਕਤ ਤੱਕ ਮੈਂ ਕੇਸ ਨਹੀਂ ਸਨ ਰੱਖੇ ਅਤੇ ਨਾ ਵੀ ਤੇਜ ਰਾਮ ਸੀ। ਪਰ 1898 ਈਸਵੀ ਵਿੱਚ ਜਦ ਬਾਬਾ ਖੇਮ ਸਿੰਘ ਜੀ ਬੇਦੀ ਨੇ ਸਾਡੇ ਪਿੰਡ ਫੇਰਾ ਪਾਇਆ ਤਾਂ ਮੈਂ ਵੀ ਉਹਨਾਂ ਵਿੱਚੋਂ ਪਾਹੂ ਲੈ ਲਈ ਅਤੇ ਸਿੱਖ ਬਣ ਗਿਆ। ਨਾ ਵੀ ਮੇਰਾ ਤੇਜ ਸਿੰਘ ਹੋ ਗਿਆ। ਸੰਨ 1899 ਵਿੱਚ ਮੈਂ ਪ੍ਰਾਇਮਰੀ ਸਕੂਲ ਢੱਲਾ ਵਿੱਚ ਜਾ ਕੇ ਦੂਜੀ ਜਮਾਤ 'ਤੇ ਦਾਖਲ ਹੋਇਆ। ਪਹਿਲੇ ਦਿਨ ਹੀ ਜਦ ਮੁਨਸ਼ੀ ਜੈ ਰਾਮ ਜੀ ਨੇ ਮੇਰੀ ਉਰਦੂ ਲਿਖਾਈ ਵੇਖੀ ਤਾਂ ਖੁਸ਼ੀ ਵਿੱਚ ਉਛਲਦੇ ਵੱਡੇ ਮੁਨਸ਼ੀ ਮੌਲਵੀ ਨਵਾਬ ਖਾਨ ਪਾਸ ਆ ਕੇ ਕਹਿਣ ਲੱਗੇ, ਦੇਖੋ ਮੌਲਵੀ ਸਾਹਿਬ, ਇਸ ਬੱਚੇ ਦੀ ਲਿਖਾਈ, ਇਹ ਲੜਕਾ ਕੁਛ ਬਣ ਕਰ ਰਹੇਗਾ। ਅਸੀਂ 15 ਵੀ ਮੁੰਡੇ ਹਰ ਰੋਜ਼ 2 ਕੋ ਪੈਂਡਾ ਮਾਰ ਕੇ ਮਦਰਸੇ ਜਾਂਦੇ ਸਾਂ। ਰਾਹ ਵਿੱਚ ਡਿਕ ਖੇਡਦੇ ਸਾਂ। ਸਰਦੀਆਂ ਵਿੱਚ ਪੈਲੀਆਂ ਦੀਆਂ ਪਲਿਆਰਾਂ ਪੁੱਟ ਕੇ ਅੱਗ ਬਾਲ ਕੇ ਸੇਕਦੇ ਸਾਂ ਜਾਂ ਝਾੜੀਆਂ ਤੋਂ ਬੇਰ ਲਾ ਖਾਂਦੇ ਸਾਂ। ਜੇ ਚਿਰਾਕੇ ਅੱਪੜਦੇ ਤਾਂ ਮੌਲਵੀ ਜੀ ਨੂੰ ਕਹਿ ਦਿੰਦੇ ਸਾਂ ਕਿ ਤੁਹਾਡੇ ਲਈ ਲੱਕੜਾਂ ਕੰਡੇ ਇਕੱਠੇ ਕਰਦਿਆਂ ਦੇਰ ਹੋ ਗਈ ਹੈ। ਰਸਤੇ ਵਿੱਚ ਸ਼ਹੀਦਾਂ ਦੇ ਚੂਰੇ ਆਉਂਦੇ ਹਨ। ਜਿਸ ਦਿਨ ਬੰਗਾਲ ਦੇ ਜ਼ਿਲ੍ਹਿਆਂ ਦੇ ਨਾਂ ਜਾਂ ਕੋਈ ਸਵਾਲ ਹੱਲ ਕਰਨਾ ਔਖਾ ਮਾਲੂਮ ਹੁੰਦਾ ਤਾਂ ਅਸੀਂ ਹਰ ਇੱਕ ਚੂਰੇ ਕੋਲ ਖੜੋ ਕੇ ਅਰਦਾਸ ਕਰਦੇ ਸਾਂ, ਹੇ ਪੀਰਾ ਭਾਗੇ ਭਰਿਆ, ਜੇ ਅੱਜ ਸਾਨੂੰ ਮਾਰ ਨਾ ਪਈ ਤਾਂ ਅਸੀਂ 8 ਪੱਥਰ ਤੇਰੇ ਚੂਰੇ ਤੇ ਚੜਾਵਾਂਗੇ। ਜੇਕਰ ਉਹ ਦਿਨ ਖਰਾਵਾ ਨਿਕਲ ਜਾਂਦਾ ਤਾਂ ਮੁੜਦੀ ਵੇਰ ਚੂਰੇ ਉੱਤੇ ਵਿਧੀ ਅਨੁਸਾਰ 8 ਦੀ ਥਾਂ 10 ਚੋਣਵੇਂ ਪੱਥਰ ਰੱਖਦੇ ਤੇ ਨਾਲ ਕਹੀ ਜਾਂਦੇ, ਪੀਰਾ ਭਾਗੇ ਭਰਿਆ ਸਲਾਮ ਹੈ, ਪੀਰਾ ਭਾਗੇ ਭਰਿਆ ਸਲਾਮ ਹੈ। ਪਰ ਜੇ ਸਾਡੀ ਸ਼ਰਧਾ ਦੇ ਬਾਵਜੂਦ ਸਾਨੂੰ ਤੜੀ ਚੜ੍ਹਦੀ ਤਾਂ ਅਸੀਂ ਪੱਥਰ ਤਾਂ ਜ਼ਰੂਰ ਰੱਖਦੇ ਪਰ ਜ਼ੋਰ ਨਾਲ ਸੁੱਟ ਕੇ ਕਰਜ਼ਾ ਸਿਰੋਂ ਲਾਉਂਦੇ। ਜਦ ਇਮਤਿਹਾਨ ਨੂੰ 2-4 ਹਫ਼ਤੇ ਰਹਿੰਦੇ ਹੁੰਦੇ ਤਾਂ ਮੌਲਵੀ ਹੁਰਾਂ ਸਾਨੂੰ ਉਚੇਚੀ ਪੜ੍ਹਾਈ ਕਰਾਉਣ ਲਈ ਢੱਲੇ ਹੀ ਰਹਿਣ ਤੇ ਮਜਬੂਰ ਕਰਦੇ। ਅਸੀਂ ਉਹਨਾਂ ਦਿਨਾਂ ਲਈ ਢੱਲੇ ਵਿੱਚ ਕੀ ਕੋਈ ਦੂਰ ਨੇੜੇ ਦਾ ਚਾਚਾ ਜਾਂ ਤਾਇਆ ਢੂੰਡ ਘੜਦੇ ਅਤੇ ਉਸਦੇ ਘਰ ਆਟਾ ਦਾਲ ਘਿਓ ਪਹੁੰਚਾ ਕੇ ਸੌਣ ਦਾ ਆਰ ਬਣਾ ਲੈਂਦੇ। ਮੇਰੇ ਲਈ ਤਾਇਆ ਅਤਰ ਸਿੰਘ ਸੀ ਜੋ ਡਾਢੇ ਲਾਡ ਪਿਆਰ ਨਾਲ ਮੈਨੂੰ ਰੱਖਦਾ ਸੀ। ਰਾਤ ਨੂੰ ਰੋਟੀ ਖਾ ਕੇ ਸਾਰੇ ਮੁੰਡੇ ਮੌਲਵੀ ਸਾਹਿਬ ਦੇ ਘਰ ਇਕੱਠੇ ਬਹਿ ਕੇ ਪੜ੍ਹਦੇ
ਅਤੇ ਵਿਚਕਾਰ ਮਿੱਟੀ ਦੇ ਮੂਧੇ ਘੜੇ ਉੱਤੇ ਤੇਲ ਦਾ ਦੀਵਾ ਬਾਲ ਕੇ ਚੋਖੀ ਰਾਤ ਗਈ ਤੱਕ ਸਿਰ ਹਿਲਾ ਕੇ ਗੁਣਗੁਣਾਉਂਦੇ ਰਹਿੰਦੇ। ਮੌਲਵੀ ਸਾਹਿਬ ਵੱਡੀ ਉਮਰ ਦੇ ਸਨ, ਪਰ ਵਿਆਹ ਨਵਾਂ-ਨਵਾਂ ਕਰਾਇਆ ਸੀ। ਉਹ ਆਪ ਵੱਖਰੀ ਛੱਤ ਤੇ ਆਰਾਮ ਕਰਦੇ ਅਤੇ ਸਾਨੂੰ ਪਰਲੀ ਛੱਤ ਤੇ ਬਿਠਾ ਕੇ ਪੜ੍ਹਨ ਲਾ ਦਿੰਦੇ। ਇੱਕ ਦਿਨ ਮੁੰਡਿਆਂ ਨੂੰ ਸ਼ਰਾਰਤ ਸੁੱਝੀ। ਉਹਨਾਂ ਨੇ ਮੈਨੂੰ ਪੈਂਦੜ ਬਣਾ ਕੇ ਮੌਲਵੀ ਸਾਹਿਬ ਨੂੰ ਡਰਾਉਣਾ ਚਾਹਿਆ। ਮੇਰੇ ਸਾਰੇ ਕੱਪੜੇ ਲਾ ਕੇ ਮੇਰੇ ਪਿੰਡੇ ਉੱਤੇ ਸਾਰੀਆਂ ਦਵਾਤਾਂ ਦੀਆਂ ਸੂਫਾਂ ਦੀ ਸ਼ਾਹੀ ਮਲ ਦਿੱਤੀ ਅਤੇ ਕੇਸ ਖਿਲਾਰ ਕੇ ਲੱਕ ਨਾਲ ਘੁੰਗਰੂ ਬੰਨ੍ਹ ਦਿੱਤੇ। ਇਸ ਤਰ੍ਹਾਂ ਮੈਨੂੰ ਜਿੰਨ ਬਣਾ ਕੇ ਮੌਲਵੀ ਸਾਹਿਬ ਦੇ ਕੋਠੇ ਵੱਲ ਧੱਕ ਦਿੱਤਾ ਤੇ ਆਪ ਮਲਕੜੇ ਹੀ ਖਿਸਕ ਗਏ। ਮੈਂ ਮੌਲਵੀ ਸਾਹਿਬ ਦੇ ਮੰਜੇ ਦੁਆਲੇ ਭੌਣ ਲੱਗ ਗਿਆ। ਕੁਝ ਚਿਰ ਤਾਂ ਹੌਲੀ-ਹੌਲੀ ਗੇੜੇ ਕੱਢਦਾ ਰਿਹਾ। ਫਿਰ ਜਦ ਮੌਲਵੀ ਹੋਰੀ ਉੱਠ ਬੈਠੇ ਅਤੇ ਤਸਬੀਹ ਫੇਰਨ ਲੱਗੇ ਤਾਂ ਮੇਰੀ ਚਾਲ ਵੀ ਤਿੱਖੀ ਹੋ ਗਈ। ਮੌਲਵੀ ਸਾਹਿਬ ਲਾਹੌਰ ਵੱਲ ਕੁਤਾ ਇਲ ਬਿਲਾ, ਲਾਹੌਰ ਵੱਲ ਕੁਤਾ ਇਲਾ ਬਿਲਾ ਦੀ ਮੁਹਾਰਨੀ ਰਟੀ ਜਾਣ ਤੇ ਮੈਂ ਕੁਝ ਕੰਬਦਾ, ਕੁਝ ਦੰਦ ਕਰੀਚਦਾ, ਹਵਾ ਨਾਲ ਖੈਬੜਦਾ ਜਾਵਾਂ। ਉਧਰ ਡਰ ਮਾਰਿਆ ਮੌਲਵੀ ਸਾਹਿਬ ਦਾ ਮੰਤਰ ਤੇਜ਼ ਹੋ ਰਿਹਾ ਸੀ, ਇੱਧਰ ਮੇਰੇ ਪੈਰ ਵੀ ਉਖੜ ਜਾਂਦੇ ਸਨ। ਮੌਲਵੀ ਸਾਹਿਬ ਕਿਹਾ ਕਰਦੇ ਸਨ ਕਿ ਸਾਨੂੰ ਜਿੰਨ ਭੂਤ ਵਸ ਕਰਨੇ ਆਉਂਦੇ ਹਨ। ਮੰਤਰ ਪੜ੍ਹ ਕੇ ਜਿੰਨ ਨੂੰ ਕੁੱਜੇ ਵਿੱਚ ਇਉਂ ਬੰਦ ਕਰੀਦਾ ਹੈ ਕਿ ਉਹ ਤੜਫ ਕੇ ਬਾਹਰ ਆਉਣ ਲਈ ਤਰਲੇ ਕਰਦਾ ਹੈ। ਮੈਂ ਵੀ ਡਰ ਨਾਲ ਉਡੀਕ ਰਿਹਾ ਸਾਂ ਕਿ ਹੁਣੇ ਮੈਂ ਵੀ ਢਲ ਕੇ ਹਵਾ ਬਣ ਜਾਵਾਂਗਾ ਅਤੇ ਫਿਰ ਪਤਾ ਨਹੀਂ ਕਿਸ ਕੁੱਜੇ ਵਿੱਚ ਬੰਦ ਕਰ ਦੇਣ ਜਾਂ ਆਪਣੇ ਮੰਜੇ ਦੇ ਪਾਵੇ ਨਾਲ ਹੀ ਬੰਨ ਛੱਡਣ। ਸੋ ਮੈਂ ਉੱਥੋਂ ਭੱਜ ਨਿਕਲਿਆ ਅਤੇ ਪੌੜੀਆਂ ਤੋਂ ਲਹਿੰਦਾ ਕੋਠੇ ਟੱਪਦਾ ਗਲੀ ਵਿੱਚ ਆ ਗਿਆ। ਮੌਲਵੀ ਸਾਹਿਬ ਵੀ ਪਿੱਛੇ ਸਨ। ਮੈਂ ਢੱਲੇ ਦੀ ਟੱਕੀ ਤੋਂ ਲਹਿੰਦਾ ਸਿੱਧਾ ਸੂਹਾਂ ਵੱਲ ਮੂੰਹ ਕੀਤਾ। ਮੈਨੂੰ ਖਿਆਲ ਸੀ ਕਿ ਜਿੰਨਾ ਭੂਤਾਂ ਦੇ ਮੰਨਣ ਵਾਲੇ ਸਿਵਿਆਂ ਤੋਂ ਡਰਦੇ ਹਨ, ਇਸ ਲਈ ਮੈਂ ਵੀ ਦਰਿਆ ਦੇ ਕੰਢੇ ਉੱਤੇ ਪੁੱਜਾ ਜਿੱਥੇ ਹਿੰਦੂ ਲੋਕ ਮੁਰਦੇ ਸਾੜਦੇ ਹਨ। ਇਹ ਦੇਖ ਕੇ ਮੌਲਵੀ ਹੋਰੀ ਪਿੱਛੇ ਪਰਤ ਗਏ ਤੇ ਮੈਂ ਸੁੱਖ ਦਾ ਸਾਹ ਲਿਆ। ਪਹਿਲਾਂ ਤਾਂ ਮੈਂ ਸੂਹਾਂ ਦੇ ਪਾਣੀ ਤੇ ਰੇਤ ਨਾਲ ਮਲ ਕੇ ਪਿੰਡੇ ਤੋਂ ਸ਼ਾਹੀ ਲਾਹੀ। ਰਗੜ ਕੇ ਪਿੰਡਾ ਲਾਲ ਹੋ ਗਿਆ, ਪਰ ਸ਼ਾਹੀ ਲੈਣ ਤੇ ਨਾ ਵੇ। ਅੰਤ ਇਹ ਸੋਚਿਆ ਕਿ ਜਿਹੜੇ ਅੰਗ ਕੱਪੜਿਆਂ ਨਾਲ ਕੱਜੇ ਜਾਣੇ ਹਨ ਉਹਨਾਂ ਤੋਂ ਸ਼ਾਹੀ ਵੀ ਨਾ ਲਹੂ ਤਾਂ ਕੁਝ ਡਰ ਨਹੀਂ, ਪਰ ਮੂੰਹ ਅਤੇ ਹੱਥਾਂ ਤੇ ਨਹੀਂ ਰਹਿਣੀ ਚਾਹੀਦੀ। ਸੋ ਇਉਂ ਹੀ ਕਰਕੇ ਮੈਂ ਘਰ ਵੱਲ ਮੁੜ ਪਿਆ ਤੇ ਕੰਧੋ ਕੰਧੀ ਹੁੰਦਾ ਹੋਇਆ ਆਪਣੇ ਮੌਸਮੀ ਤਾਏ ਦੇ ਘਰ ਅੱਪੜ ਗਿਆ ਅਤੇ ਆਪਣੇ ਵਿਛੇ ਹੋਏ ਬਿਸਤਰੇ ਵਿੱਚ ਵੜ ਗਿਆ। ਦੂਜੇ ਦਿਨ ਮੌਲਵੀ ਹੁਰਾਂ ਦੇ ਮੂੰਹ ਉੱਤੇ ਇੱਕ ਅਨੋਖੀ ਚਮਕ ਸੀ। ਉਹ ਸਵਾਦ ਲਾ ਕੇ ਦੱਸ ਰਹੇ ਸਨ ਕਿਵੇਂ ਰਾਤੀ ਇੱਕ ਜਿੰਨ ਆਇਆ ਸੀ ਤੇ ਕਿਵੇਂ ਮੰਤਰ ਪੜ੍ਹ ਕੇ ਜਦ ਉਸਨੂੰ ਕੁੱਜੇ ਵਿੱਚ ਬੰਦ ਕੀਤਾ ਤਾਂ ਉਹ ਕਿਵੇਂ ਹਾੜੇ ਕੱਢੇ ਅਤੇ ਬਾਹਰ ਨਿਕਲਣ ਲਈ ਕੁੱਜੇ ਨੂੰ ਪੁਆਟੀਆਂ ਦੇਵੇ। ਮੁੰਡੇ ਅਸਲੀਅਤ ਨੂੰ ਜਾਣਦੇ ਹੋਇਆਂ ਡਰਦੇ ਮਾਰਿਆਂ ਕੁਸਕਦੇ ਨਹੀਂ ਸਨ, ਪਰ ਮੁੱਖਾ ਸੁਨਿਆਰਾ ਰਹਿ ਨਾ ਸਕਿਆ। ਉਹ ਹੱਥ ਪਿੱਛੇ ਮੂੰਹ ਕਰਕੇ ਗੁਟਕਦਾ ਅਤੇ ਅੱਖੋਂ ਮੂੰਹੋਂ ਡੁੱਲ ਪੈਂਦਾ। ਅੰਤ ਉਸ ਕੋਲੋਂ ਰਿਹਾ ਨਾ ਗਿਆ ਤੇ ਅਸ਼ੋ ਪਲੇ ਹੀ ਜਾ ਕੇ ਮੌਲਵੀ ਹੁਰਾਂ ਪਾਸ ਬਿਰਕ ਗਿਆ ਕਿ ਜਿੰਨ ਕੋਈ ਨਹੀਂ ਸੀ, ਉਹ ਤਾਂ ਤੇਜਾ ਸਿੰਘ ਸੀ ਜਿਸਨੇ ਪੈਂਦੜ ਦਾ ਰੂਪ ਢਾਲਿਆ ਸੀ। ਮੌਲਵੀ ਸਾਹਿਬ ਚੁੱਪ ਤਾਂ ਹੋ ਗਏ, ਪਰ ਉਹਨਾਂ ਦੀਆਂ ਅੱਖਾਂ ਚੋਂ ਲਹੂ ਚੋਂਦਾ ਸੀ। ਮੈਂ ਅੱਧੀ ਛੁੱਟੀ ਵੇਲੇ ਆਪਣੀ ਚਿਕੜੀ ਦੀ ਤਖਤੀ ਸੂਤ ਕੇ ਮੁਖੇ ਨੂੰ ਜਾ ਪਿਆ। ਤਖਤੀ ਦੀ ਨੁੱਕਰ ਉਸਦੇ ਮੱਥੇ ਵਿੱਚ ਵੱਜੀ ਅਤੇ ਉਹ ਲਹੂ ਲੁਹਾਨ ਹੋ ਗਿਆ। ਘਰ ਜਾ ਕੇ ਉਸਨੇ ਆਪਣੇ ਭਰਾਵਾਂ ਨੂੰ ਦੱਸਿਆ। ਉਹ ਲੋਹੇ ਲਾਖੇ ਹੋ ਕੇ ਮੇਰੇ ਪਿੱਛੇ ਪੈ ਗਏ। ਮੈਂ ਵੀ ਅਡਿਆਲੇ ਆ ਕੇ ਆਪਣੇ ਬਚਾਓ ਦਾ ਸਮਿਆਨ ਕੀਤਾ। ਕਈ ਦਿਨ ਤੱਕ ਮੇਰੇ ਨਾਲ ਇੱਕ ਮੁਸਲਮਾਨ ਬਦਰੱਕਾ ਭੇਜਿਆ ਜਾਂਦਾ ਜੋ ਮੈਨੂੰ ਸਕੂਲੇ ਛੱਡ ਆਉਂਦਾ ਤੇ ਪੜ੍ਹਾਈ ਮਗਰੋਂ ਮੋੜ ਲਿਆਉਂਦਾ। ਅੰਤ ਮੈਂ ਸੋਚਿਆ ਕਿ ਇਹ ਖੇਡ ਕਦ ਤੱਕ ਜਾਰੀ ਰਹੇਗੀ। ਕਿਉਂ ਨਾ ਇੱਕ ਵਾਰ ਮਾਰ ਖਾ ਕੇ ਸਦਾ ਲਈ ਆਪਣਾ ਖਹਿੜਾ ਛੁਡਾ ਲਵਾਂ। ਮੈਂ ਸਿੱਧਾ ਮੁਖੇ ਦੇ ਘਰ ਚਲਾ ਗਿਆ। ਉਸਦੀ ਮਾਂ ਚਰਖਾ ਕੱਤ ਰਹੀ ਸੀ ਤੇ ਉਸਦੇ ਭਰਾ ਪਹਾਰੇ ਤੇ ਬੈਠੇ ਹਥੌੜੀ ਨਾਲ ਠੱਕ ਕਰ ਰਹੇ ਸਨ। ਮੈਨੂੰ ਵੇਖ ਕੇ ਉਹ ਚਮਕ ਉੱਠੇ ਅਤੇ ਹੱਲਾ ਕਰਨ ਨੂੰ ਹੀ ਸਨ ਕਿ ਉਹਨਾਂ ਦੀ ਮਾਂ ਮੈਨੂੰ ਗੋਦ ਵਿੱਚ ਲੈ ਕੇ ਕਹਿਣ ਲੱਗੀ, ਨਾ ਵੇ ਮੁੰਡਿਓ, ਬਸ ਹੱਥ ਨਹੀਂ ਚੁੱਕਣਾ। ਤੇਜ ਵੀ ਮੇਰਾ ਪੁੱਤਰ ਹੈ ਜਿਵੇਂ ਮੁੱਖਾ ਮੇਰਾ ਪੁੱਤਰ ਹੈ। ਕੀ ਹੋਇਆ ਜੇ ਭਰਾ ਲੜ ਪਏ? ਇਉਂ ਕਹਿ ਕੇ ਉਸ ਅਰਸ਼ੀ ਪਿਆਰ ਵਾਲੀ ਮਾਂ ਨੇ ਮੈਨੂੰ ਆਪਣੀ ਸੰਭਾਲ ਵਿੱਚ ਲੈ ਲਿਆ। ਸਭ ਡਰ, ਸਾਰੇ ਤੌਖਲੇ ਦੂਰ ਹੋ ਗਏ। ਉਹ ਮੁੱਖਾ ਚਿਰਾਂ ਮਗਰੋਂ ਪ੍ਰੋਫੈਸਰੀਆਂ ਤੇ ਪ੍ਰਿੰਸੀਪਲੀਆਂ ਮਗਰੋਂ ਮੈਂ ਰਾਵਲਪਿੰਡੀ ਵਿੱਚ ਸ਼ਾਹ ਚੰਨ ਚਿਰਾਗ ਦੇ ਮੁਹੱਲੇ ਉਹੋ ਜਿਹੇ ਪੁਰਾਣੇ ਸੁਨਿਆਰੇ ਅੱਡੇ ਤੇ ਬੈਠਾ ਹੋਇਆ ਵੇਖਿਆ। ਪਤਾ ਨਹੀਂ ਹੁਣ ਉਹ ਕਿੱਥੇ ਹੈ। ਸੰਨ 1902 ਵਿੱਚ ਮੈਂ 5ਵੀਂ ਜਮਾਤ ਪਾਸ ਕੀਤੀ, ਫਿਰ ਵਿਹਲਾ ਹੋ ਗਿਆ। ਘਰ ਵਾਲੇ ਕਹਿਣ, ਸਾਡਾ ਪਟਵਾਰੀ 3 ਜਮਾਤਾਂ ਪਾਸ ਹੈ ਤੇ ਨੰਬਰਦਾਰ 4, ਤੈਨੂੰ ਅਸੀਂ 5 ਪਾਸ ਕਰਾ ਦਿੱਤੀਆਂ ਹਨ, ਹੋਰ ਕੀ ਲੈਣਾ ਏ।
ਸੋ ਮੈਂ ਘਰੇ ਬਹਿ ਗਿਆ। 2 ਸਾਲ ਡੰਗਰ ਚਾਰੇ, ਹੱਟੀ ਕੀਤੀ, ਆਟਾ ਪਿਆਇਆ, ਬਾਲਣ ਲਿਆਂਦਾ ਤੇ ਹੋਰ ਹਰ ਤਰ੍ਹਾਂ ਦਾ ਪੇਂਡੂ ਜੀਵਨ ਬਿਤਾਇਆ। ਹਰ ਰੋਜ਼ ਡੰਗਰ ਲੈ ਕੇ ਹੋਰਨਾਂ ਵਾਗੀਆਂ ਨਾਲ ਪਿੰਡ ਕੋਲ ਦੀਆਂ ਜੂਹਾਂ ਵਿੱਚ ਜਾਂਦਾ ਅਤੇ ਦੁਪਹਿਰ ਵੇਲੇ ਛੱਪੜ ਦੇ ਕੰਢੇ ਪਿੱਪਲ ਹੇਠ ਸੱਫ ਵਿਛਾ ਕੇ ਬਹਿੰਦਾ। ਮੇਰੇ ਕੋਲ ਇੱਕ ਸੋਹਣੀ ਜਿਹੀ ਖੁੰਡੀ ਹੁੰਦੀ ਸੀ ਜਿਸ ਉੱਤੇ ਪਿੱਤਲ ਦੇ ਕੋਕੇ ਜੜੇ ਹੁੰਦੇ ਸਨ ਅਤੇ ਸਿਰੇ ਤੇ ਨਿੱਕੇ ਨਿੱਕੇ ਘੁੰਗਰੂ ਲੱਗੇ ਹੁੰਦੇ ਸਨ। ਜਦ ਮੌਜ ਆਉਂਦੀ ਜਾਂ ਪਸ਼ੂਆਂ ਨੂੰ ਮੋੜਨ ਦੀ ਲੋੜ ਪੈਂਦੀ ਤਾਂ ਉਸ ਘੁੰਗਰੂਆਂ ਵਾਲੀ ਸੋਟੀ ਨੂੰ ਉਛਾਲ ਕੇ ਛਣਕਾਂਦਾ। ਇਸ ਖੁੰਡੀ ਦੇ ਨਾਲ ਇੱਕ ਵੱਡੀ ਸਾਰੀ ਕਿੱਸਿਆਂ ਦੀ ਕਿਤਾਬ ਹੁੰਦੀ ਸੀ ਜਿਸ ਨੂੰ ਸੱਫ ਉੱਤੇ ਰੱਖ ਕੇ ਮੈਂ ਬਹਿੰਦਾ ਤੇ ਨਾਲ ਦੇ ਵਾਗੀਆਂ ਨੂੰ ਪੜ੍ਹ ਕੇ ਸੁਣਾਉਂਦਾ ਸਾਂ। ਉਸੇ ਪੋਥੀ ਦੇ ਇੱਕ ਸਿਰੇ ਮਸ਼ਹੂਰ ਆਲਮ ਜੰਤਰੀ ਵੀ ਸੀਤੀ ਹੁੰਦੀ ਸੀ ਜਿਸ ਵਿੱਚੋਂ ਮੀਂਹ ਝੱਖੜ ਦੇ ਆਉਣ ਦੀਆਂ ਤਰੀਖਾਂ ਕੱਢ ਕੇ ਦੱਸਦਾ ਸਾਂ ਜਾਂ ਪਰੀਸ਼ਿਆ ਪਾ ਕੇ ਲੋਕਾਂ ਦੀਆਂ ਕਿਸਮਤਾਂ ਪੜ੍ਹ ਕੇ ਸੁਣਾਉਂਦਾ ਸਾਂ। ਇੱਕ ਵੇਰ ਮੈਨੂੰ ਸੂਹਾਂ ਵਿੱਚ ਲੱਗੇ ਜੰਦਰਾਂ ਤੇ ਆਟਾ ਪਿਹਾਉਣ ਲਈ ਕਣਕ ਦੀ ਬੋਰੀ ਦੇ ਕੇ ਘੱਲਿਆ ਗਿਆ। ਨਾਲ ਸੀ ਤਾਇਆ ਜਗਨਨਾਥ। ਸਾਰਾ ਦਿਨ ਮੈਂ ਸੂਹਾਂ ਦੇ ਰਤੜ ਵਿੱਚ ਰਿੜ ਰਿੜ ਕੇ ਖੇਡਾਂ ਖੇਡਦਾ ਰਿਹਾ। ਮੇਰੀ ਪਿਹਾਉਣ ਦੀ ਵਾਰੀ 9 ਵਜੇ ਰਾਤ ਦੇ ਆਈ। ਅੱਧੀ ਰਾਤ ਦੇ ਮਗਰੋਂ ਮੇਰੀ ਬੋਰੀ ਪੀਠੀ ਗਈ ਅਤੇ ਮੈਂ ਤੇ ਜਗਨਨਾਥ ਆਪੋ ਆਪਣੀ ਬੋਰੀ ਚੁੱਕ ਕੇ ਪਿੰਡ ਵੱਲ ਤੁਰੇ। ਰਸਤੇ ਵਿੱਚ ਸਿਵੇ ਆਉਣੇ ਸਨ ਜਿੱਥੇ ਅਰਬੀ ਪੜ੍ਹਾਉਣ ਵਾਲਾ ਚੰਦਰਭਾਨ ਸਾੜਿਆ ਗਿਆ ਸੀ। ਕਹਿੰਦੇ ਸਨ ਕਿ ਹਿੰਦੂ ਹੋ ਕੇ ਅਰਬੀ ਪੜ੍ਹਾਉਣ ਵਾਲਾ ਆਦਮੀ ਜ਼ਰੂਰ ਜਿੰਨ ਬਣ ਗਿਆ ਹੋਣਾ। ਸੋ ਜਗਨਨਾਥ ਨੇ ਮੈਨੂੰ ਕਿਹਾ, ਬਚ ਕੇ ਲੰਘੀ, ਰਸਤੇ ਵਿੱਚ ਚੰਦਰਭਾਨ ਦੀ ਚਿਹਾਣੀ ਹੋ। ਨਿਸ਼ਾਨੀ ਉਸਦੀ ਲਾਲ ਟਾਕੀ ਹੈ ਜੋ 4 ਕਿੱਲੀਆਂ ਉੱਤੇ ਵਿਛੀ ਹੋਊ। ਅਸੀਂ 2 ਵਜੇ ਚੱਲੇ ਅਤੇ ਦਿਲ ਵਿੱਚ ਚੰਦਰਭਾਨ ਕੋਲੋਂ ਬਚ ਕੇ ਲੰਘਣ ਦੀਆਂ ਸੋਚਾਂ ਸੋਚਦੇ ਗਏ। ਪਰ ਹੋਈ ਉਹ ਗੱਲ ਜਿਸ ਦਾ ਡਰ ਸੀ। ਅਸੀਂ ਚਾਹੁੰਦੇ ਸਾਂ ਕਿ 4 ਕਿੱਲੀਆਂ ਵਾਲੀ ਲਾਲ ਟਾਕੀ ਵੱਲ ਨਾ ਜਾਈਏ, ਪਰ ਪੈਰ ਸਾਨੂੰ ਉੱਧਰ ਹੀ ਲੈ ਗਏ। ਹਨੇਰੇ ਵਿੱਚ ਜਗਨਨਾਥ ਨੇ ਚੀਕ ਮਾਰ ਕੇ ਕਿਹਾ, ਆ ਹੀ ਚੰਦਰਭਾਨ ਵਾਲੀ ਥਾਂ। ਇਹ ਸੁਣ ਕੇ ਮੇਰੇ ਸਿਰ ਤੋਂ ਬੋਰੀ ਡਿੱਗ ਪਈ, ਪਰ ਜਗਨਨਾਥ ਤ੍ਰਹਿ ਕੇ ਭੱਜ ਗਿਆ ਅਤੇ ਵਗੋ ਤਗੋ ਪਿੰਡ ਜਾ ਪੜਿਆ। ਮੈਂ ਬੋਰੀ ਨੂੰ ਛੱਡ ਕੇ ਕਿਵੇਂ ਜਾਂਦਾ? ਉੱਥੇ ਬੋਰੀ ਚੁਕਾਉਣ ਵਾਲਾ ਵੀ ਕੋਈ ਨਹੀਂ ਸੀ। ਸੋ ਮੈਂ ਕੋਲ ਦੇ ਖੂਹ ਤੇ ਚਲਾ ਗਿਆ ਅਤੇ ਡਰ ਤੋਂ ਬਚਣ ਲਈ ਇੱਕ ਤੂਤ ਨੂੰ ਜੱਫਾ ਪਾ ਲਿਆ। ਜਦ ਤੋੜੀ ਮੂੰਹ ਝਾਖਰਾ ਨਾ ਹੋ ਗਿਆ, ਮੇਰੀ ਨਜ਼ਰ ਆਟੇ ਦੀ ਬੋਰੀ ਵੱਲ ਹੀ ਲੱਗੀ ਰਹੀ। ਜਦ ਚਾਨਣਾ ਹੋਇਆ ਤਾਂ ਮੈਂ ਤੂਤ ਨੂੰ ਛੱਡ ਕੇ ਹੌਲੀ ਹੌਲੀ ਬੋਰੀ ਵੱਲ ਗਿਆ ਤੇ ਇੱਕ ਰਾਹ ਜਾਂਦੇ ਪਾਸੋਂ ਚੁਕਵਾ ਕੇ ਘਰ ਲੈ ਆਇਆ। ਮੈਂ ਇਸ ਜ਼ਿੰਦਗੀ ਨਾਲ ਰਾਜ਼ੀ ਨਹੀਂ ਸਾਂ। ਹਰ ਵੇਲੇ ਸੁਪਨੇ ਇਹ ਆਉਂਦੇ ਕਿ ਕਿਵੇਂ ਮੈਂ ਪਿੰਡ ਤੋਂ ਛੁਟਕਾਰਾ ਪਾ ਕੇ ਸ਼ਹਿਰ ਵਿੱਚ ਜਾਵਾਂ ਅਤੇ 16 ਜਮਾਤਾਂ ਪਾਸ ਕਰਕੇ ਵਿੱਦਿਆ ਦੇ ਸਿਖਰ ਨੂੰ ਜਾ ਛੂਹਾਂ। ਹਰ ਵਕਤ ਹਰ ਹੀਲੇ ਆਪਣੇ ਆਪ ਨੂੰ ਆਪਣੇ ਬਣਨ ਵਾਲੇ ਭਵਿੱਖ ਲਈ ਤਿਆਰ ਕਰਦਾ ਰਹਿੰਦਾ ਸਾਂ। ਉਹ ਭਵਿੱਖ ਇਹ ਸੀ ਕਿ ਮੈਂ ਪੜ੍ਹ ਕੇ ਪੜ੍ਹਾਉਣਾ ਹੈ। ਨੰਬਰਦਾਰ ਨੂਰ ਖਾਨ ਨੇ ਮੈਨੂੰ ਤਸਵੀਰਾਂ ਖਿੱਚਣ ਦਾ ਸ਼ੌਂਕ ਪਾਇਆ। ਈਸ਼ਰ ਦਾਸ ਇੱਕ ਗੁਆਂਢੀ ਦੁਕਾਨਦਾਰ ਨੇ ਪੁਰਾਤਨ ਸਾਹਿਤ ਦੀ ਚਾਟ ਲਵਾਈ। ਉਸਨੇ ਰਮਾਇਣ, ਮਹਾਭਾਰਤ, ਭਾਗਵਤ ਆਦਿ ਦੀਆਂ ਕਥਾ ਕਹਾਣੀਆਂ ਪੜ੍ਹਾ ਕੇ ਮੈਨੂੰ ਹੋਰ ਦਾ ਹੋਰ ਬਣਾ ਦਿੱਤਾ। ਹੁਣ ਤੱਕ ਮੈਨੂੰ ਜੋ ਵਾਕਫੀ ਹਿੰਦੂ ਮਤ ਸੰਬੰਧੀ ਆਪਣੇ ਲੈਕਚਰਾਂ ਜਾਂ ਕਿਤਾਬਾਂ ਵਿੱਚ ਵਰਤਣੀ ਪਈ ਹੈ, ਉਹ ਬਹੁਤ ਸਾਰੀ ਲੂਣ ਸਬੂਨ ਵੇਚਣ ਵਾਲੇ ਪੰਡਤ ਈਸ਼ਰ ਦਾਸ ਦੀ ਮਿਹਰਬਾਨੀ ਕਰਕੇ ਹੈ। ਜਿਹੜੀ ਜਾਣ ਪਛਾਣ ਬਚਪਨ ਵਿੱਚ ਪੱਲੇ ਪੈਂਦੀ ਹੈ ਉਹ ਤੋੜ ਨਿਭਦੀ ਹੈ। ਪਿੱਛੋਂ ਜਾ ਕੇ ਨਾ ਉਹ ਯਾਦਾਂ ਰਹਿੰਦੀਆਂ ਹਨ ਤੇ ਨਾ ਉਹ ਸ਼ੌਂਕ। ਹਿੰਦ ਦੇ ਇਤਿਹਾਸ ਅਤੇ ਨਾਟਕ ਵੱਲ ਮੇਰੀ ਰੁਚੀ ਉਹਨਾਂ ਦਿਨਾਂ ਤੋਂ ਬਣਨੀ ਸ਼ੁਰੂ ਹੋਈ ਜਦੋਂ ਹੋਲੀਆਂ ਵਿੱਚ ਸਾਰਾ ਪਿੰਡ ਰਲ ਕੇ ਝਾਕੀਆਂ ਕੱਢਦਾ ਸੀ। ਇੱਕ ਵੇਰ ਮੈਂ ਰਾਜਾ ਹਰੀਸ਼ ਚੰਦਰ ਦੀ ਰਾਣੀ ਤਾਰਾਮਤੀ ਦਾ ਪਾਰਟ ਅਦਾ ਕਰ ਰਿਹਾ ਸਾਂ। ਮੇਰੇ ਮੂੰਹੋਂ ਇਹ ਲਫ਼ਜ਼ ਨਿਕਲੇ, ਹੇ ਪੰਡਤ, ਕਾਸ਼ੀ ਕਾ ਰਸਤਾ ਕਿਹੜਾ ਹੈ? ਇਹ ਸੁਣ ਕੇ ਬੇਅੰਤ ਸਿੰਘ ਮੇਰਾ ਇੱਕ ਸੰਬੰਧੀ ਸਰੋਤਿਆਂ ਵਿੱਚ ਉੱਠ ਕੇ ਸਟੇਜ ਤੇ ਆ ਗਿਆ ਤੇ ਮੈਨੂੰ ਥੱਪੜ ਜੜ ਕੇ ਕਹਿਣ ਲੱਗਾ, ਹੱਥ ਤੇਰੀ, ਸਹੁਰੇ ਨੂੰ ਕਿਤਨੇ ਵਰੇ ਪੜ੍ਹਦਿਆਂ ਹੋਏ ਨੇ, ਹਜੇ ਵੀ ਕਿਹੜਾ ਹੀ ਕਹਿੰਦਾ ਹੈ। ਸਾਡੇ ਇਹਨਾਂ ਘਰੋਖੀ ਸਾਂਗਾਂ ਨੂੰ ਵੇਖਣ ਲਈ 10-10 ਪਿੰਡਾਂ ਦੇ ਲੋਕੀ ਆਉਂਦੇ ਸਨ। ਕਈ ਦਿਨ ਪਿੰਡ ਵਿੱਚ ਗਹਿਮਾ ਗਹਿਮੀ ਲੱਗੀ ਰਹਿੰਦੀ। ਮੇਰੇ ਹੁੰਦਿਆਂ ਪਿੰਡ ਵਿੱਚ 1-2 ਵਾਰੀ ਰਾਜਧਾਰੀਆਂ ਦੀਆਂ ਮੰਡਲੀਆਂ ਆਈਆਂ। ਉਹਨਾਂ ਦਾ ਡੇਰਾ ਸਾਡੇ ਗੁਆਂਢੀ ਬਖਸ਼ੀ ਜੈ ਕਿਸ਼ਨ ਦੇ ਘਰ ਹੁੰਦਾ ਸੀ। ਉਹਨਾਂ ਦੇ ਮਿਲਣ ਗਿਲਣ ਨਾਲ ਮੇਰੀ ਰੁਚੀ ਹਿੰਦ ਦੀਆਂ ਪੁਰਾਤਨ ਕਥਾ ਕਹਾਣੀਆਂ ਵੱਲ ਵੱਧਦੀ ਗਈ ਅਤੇ ਨਾਟਕੀ ਵਿਖਾਵਿਆਂ ਦਾ ਸ਼ੌਕ ਪੈਂਦਾ ਗਿਆ। ਜੈ ਕਿਸ਼ਨ ਦਾ ਪਿਤਾ ਫਾਰਸੀ ਤੇ ਸੰਸਕ੍ਰਿਤ ਦਾ ਆਲਮ ਸੀ ਅਤੇ ਸਿੱਖਾਂ ਦੇ ਰਾਜ ਵਿੱਚ ਸਰਕਾਰੀ ਅਹਿਲਕਾਰ ਰਿਹਾ ਸੀ। ਉਸਦੇ ਘਰ ਪੁਰਾਣੀਆਂ ਲਿਖਤਾਂ ਤੇ ਫਾਈਲਾਂ ਪਈਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਮੈਂ ਚੋਖੇ ਚਾਅ ਨਾਲ ਵੇਖਦਾ ਹੁੰਦਾ ਸੀ। ਸਰਕਾਰੀ ਕਾਗਜ਼ ਫਾਰਸੀ ਵਿੱਚ ਲਿਖੇ ਹੁੰਦੇ ਸਨ, ਪਰ ਉਹਨਾਂ ਦੇ ਸਿਰੇ ਤੇ ਸਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਫਾਰਸੀ ਅੱਖਰਾਂ ਵਿੱਚ ਲਿਖਿਆ ਹੁੰਦਾ ਸੀ।
ਜਦ ਜੈ ਕਿਸ਼ਨ ਦਾ ਪਿਤਾ ਬਹੁਤ ਬਿਰਧ ਹੋ ਗਿਆ ਤਾਂ ਉਹ ਆਪਣਾ ਅੰਤ ਨੇੜੇ ਆਉਂਦਾ ਜਾਣ ਕੇ ਕਾਂਸ਼ੀ ਜੀ ਚਲਾ ਗਿਆ, ਨਾਲ ਸਾਰੇ ਟੱਬਰ ਨੂੰ ਲੈ ਗਿਆ। ਕਈ ਵਰੇ ਮੌਤ ਨੂੰ ਉਡੀਕਣ ਮਗਰੋਂ ਵੀ ਜਦ ਅੰਤ ਨਾ ਹੋਇਆ ਤਾਂ ਉਸ ਦਾ ਪੁੱਤਰ ਪੋਤਰਾ ਤਾਂ ਦੇਸ ਪਰਤ ਆਇਆ, ਪਰ ਉਹ ਆਪ ਉੱਥੇ ਹੀ ਰਹਿ ਗਿਆ, ਪਰ ਬਾਕੀ ਦਾ ਟੱਬਰ ਪਰਤ ਆਇਆ। ਉਸ ਦਾ ਪੋਤਰਾ ਬਖਸ਼ੀ ਕਿਰਪਾ ਰਾਮ ਕਈ ਵਾਰੀ ਮੇਰੇ ਘਰ ਆਉਂਦਾ ਤੇ ਬਹੁਤ ਧਰਮੀ ਹੋਣ ਕਰਕੇ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਆਪਣੇ ਨਾਲ ਲਿਆਉਂਦਾ ਤੇ ਨਿੱਤ ਉੱਠ ਕੇ ਧੂਪ ਦੀਪ ਕਰਕੇ ਪੂਜਾ ਕਰਦਾ। ਬੰਬਈ ਤੇ ਪਟਿਆਲੇ ਜਦੋਂ ਮੇਰੇ ਘਰ ਪੂਜਾ ਕਰਦਾ ਤਾਂ ਮੇਰਾ ਜੀ ਬਹੁਤ ਪ੍ਰਸੰਨ ਹੁੰਦਾ। ਉਸ ਦੇ ਪਿਆਰ ਅਤੇ ਮਿਹਰਬਾਨੀਆਂ ਵਿੱਚੋਂ ਮੈਨੂੰ ਇੱਕ ਗੱਲ ਸਦਾ ਚੇਤੇ ਰਹਿੰਦੀ ਹੈ। ਮੇਰੇ ਕੈਦ ਹੋ ਜਾਣ ਉੱਤੇ ਸਰਦਾਰ ਚਰਨਜੀਤ ਸਿੰਘ ਵਾਂਗੂ ਉਹ ਵੀ ਇੱਕ ਚੋਖੀ ਰਕਮ ਮੇਰੀ ਸਹਾਇਤਾ ਲਈ ਲਿਆਇਆ ਸੀ, ਭਾਵੇਂ ਮੇਰੀ ਪਤਨੀ ਨੇ ਧੰਨਵਾਦ ਸਹਿਤ ਮੋੜ ਦਿੱਤੀ ਸੀ। ਧੰਨਵਾਦ।